सत श्री अकाल। खबर खास लैके मैं बलविंदर सिंह हाज़र हाँ। पंजाब च 4 विधान सभा सीटां ते जिमनी चोणां होण जा रहीआं ने। अजिहे च सियासत दा भारी होना लाजमी है, पर सरकार दे उत्ते लग रहे ने सत्ता दी दुरवरतों दे इल्जाम। दावा किया जा रहा है कि सरकार चोण जाब्ते की उलंघना करते हुए लोकां नूं लालच दे रही है ते इस दे नाल ही सरकार की खिलाफत करने वालियां नूं निशाना बनाया जा रहा है। विरोधियों वालों लाए जा रहे इन्हां इल्जामां च कितनी सच्चाई है, ये सब तुहानूं विखावांगे साडी अज दी खास पेशकश। चोणां दे विच सियासत भारी, कांग्रेस सरकार दी धक्केशाही जारी, विरोधी चुक रहे ने सवाल। जिमनी चोणां दे विच लोकतंत्र जां ठोकतंत्र। 21 अक्तूबर ਨੂੰ ਪੈਣ ਵਾਲੀਆਂ ਵੋਟਾਂ ਦੇ ਲਈ ਜ਼ੋਰਾਂ ਸ਼ੋਰਾਂ ਤੇ ਪ੍ਰਚਾਰ ਜਾਰੀ ਹੈ, ਪਰ ਵਿਰੋਧੀ ਕਹਿ ਰਹੇ ਨੇ ਕਿ ਸਰਕਾਰ ਸੱਤਾ ਦੀ ਦੁਰਵਰਤੋਂ ਕਰ ਰਹੀ ਹੈ ਤੇ ਇਸ ਇਲਜ਼ਾਮ ਨੂੰ ਪੁਖਤਾ ਬਣਾਉਣ ਲਈ ਕਈ ਮਾਮਲੇ ਸਾਹਮਣੇ ਵੀ ਆ ਚੁੱਕੇ ਨੇ। ਕਾਂਗਰਸ ਦੇ ਹੰਕਾਰ ਦਾ ਸਭ ਤੋਂ ਪਹਿਲਾ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਉੱਤੇ ਉਹਨਾਂ ਦੇ ਹੀ ਪਾਰਟੀ ਦੇ ਵਰਕਰ ਨੇ ਕੁੱਟਮਾਰ, ਦਸਤਾਰ ਤੇ ਕੇਸਾਂ ਦੀ ਬੇਅਦਬੀ ਦੇ ਇਲਜ਼ਾਮ ਲਗਾਏ ਤੇ ਉਲਟਾ ਉਸ ਵਰਕਰ ਦੇ ਖਿਲਾਫ ਹੀ ਪੁਲਿਸ ਨੇ FIR ਦਰਜ ਕਰ ਲਈ। इस तो बाद कांग्रेस के ही एक होर आगू ने मीडिया के सामने आके कबूल किया कि सरकार वोटरों को लालच दे के वोटा हासिल करने की कोशिश कर रही है, जिस लई कई पिंडों के विच स्पोर्ट्स किट्टां वंडियां जा रही ने। साडे पिंड फंक्शन सी कांग्रेस पार्टी का, जो कि अपने MLA ने जलंधर कैंट तो प्रगट सिंह वो किट्टां वंडण आ रहे सी पिंड। ਉਹਦਾ फंक्शन पार्टी ने मैनू अरेंज करने लई कहा सी। बद्दोवाल लंच का टाइम सी ਤੇ ਮੈਨੂੰ ਇੱਕ ਦਿਨ ਪਹਿਲਾਂ ਦੱਸਿਆ ਵੀ ਖਾਣਾ ਅਰੇਂਜ ਤੁਸੀਂ ਕਰਨਾ, ਜੋ ਵੀ ਪਾਰਟੀ ਦੇ ਵਰਕਰ ਨਾਲ ਹੋਣਗੇ ਤੇ ਜੋ ਸਾਡੇ ਪਿੰਡ ਦਾ ਸਾਰਾ ਸਿਸਟਮ ਅਸੀਂ ਟੈਂਟ ਲਾ ਕੇ ਕਾਂਗਰਸ ਪਾਰਟੀ ਦੇ ਪਿੰਡ ਦਫ਼ਤਰ ਬਣਾਇਆ ਹੋਇਆ, ਉਹਦੇ ਵਿੱਚ ਅਸੀਂ ਖਾਣੇ ਦਾ ਅਰੇਂਜ ਕੀਤਾ ਹੋਇਆ ਸੀ ਤੇ ਜੋ ਸਮਾਗਮ ਹੋਣਾ ਸੀ ਉਹਦਾ ਅਰੇਂਜ ਕੀਤਾ ਹੋਇਆ ਸੀਗਾ। ਸਾਨੂੰ ਕੁਝ ਟਾਈਮ ਹੀ ਪਹਿਲਾਂ ਪਤਾ ਲੱਗਿਆ ਵੀ ਆਸ਼ੂ ਜੀ ਨੇ ਇਹ ਫੰਕਸ਼ਨ ਡਿਲੇ ਕਰਤਾ ਵੀ ਬੱਦੋਵਾਲ ਇਹਨਾਂ ਦੇ ਫੰਕਸ਼ਨ 'ਚ ਤੁਸੀਂ ਜਾਣਾ ਨਹੀਂ। ਇਹ ਮਾਮਲਾ ਤਸੀਂ ਦਾਖਾ ਹਲਕੇ ਦਾ, ਪਰ ਚੋਣ ਜਾਬਤਾ ਲੱਗੇ ਹੋਣ ਦੇ ਬਾਵਜੂਦ ਵੋਟਰਾਂ ਨੂੰ ਲਾਲਚ ਦਿੱਤੇ ਜਾ ਰਹੇ ਨੇ। ਇਸ ਦਾ ਇੱਕ ਹੋਰ ਸਬੂਤ ਸਾਹਮਣੇ ਆਇਆ ਹਲਕਾ ਜਲਾਲਾਬਾਦ ਤੋਂ, ਜਿੱਥੇ ਲੋਕਾਂ 'ਚ ਖਬਰ ਉਡਾਈ ਗਈ ਕਿ ਸਰਕਾਰ ਲੋਕਾਂ ਦੇ ਬਿਜਲੀ ਦੇ ਬਿੱਲ ਮਾਫ ਕਰ ਰਹੀ ਹੈ, ਜਿਸ ਤੋਂ ਬਾਅਦ ਬਿਜਲੀ ਦਫ਼ਤਰਾਂ ਦੇ ਵਿੱਚ ਲੋਕਾਂ ਦੀ ਭੀੜ ਲੱਗ ਗਈ। ਅਕਾਲੀ ਦਲ ਨੇ ਸਰਕਾਰ ਵੱਲੋਂ ਸੱਤਾ ਦੀ ਦੁਰਵਰਤੋਂ ਦਾ ਮਾਮਲਾ ਪੰਜਾਬ ਚੋਣ ਕਮਿਸ਼ਨ ਅੱਗੇ ਚੁੱਕਿਆ, ਪਰ ਅਜੇ ਤੱਕ ਕੋਈ ਐਕਸ਼ਨ ਨਹੀਂ ਲਿਆ ਗਿਆ। ਇਸ ਤੋਂ ਪਹਿਲਾਂ ਵੀ ਅਕਾਲੀ ਦਲ ਨੇ ਚੋਣ ਕਮਿਸ਼ਨ ਅੱਗੇ 2 ਮੰਗਾਂ ਰੱਖੀਆਂ ਸਨ, ਜਿਨ੍ਹਾਂ ਦੇ ਵਿੱਚੋਂ ਇੱਕ ਮੰਗ ਸੀ ਦਾਖਾ ਹਲਕੇ ਦੇ SHO ਪ੍ਰੇਮ ਸਿੰਘ ਦੇ ਤਬਾਦਲੇ ਦੀ। SHO ਤੇ ਇਲਜ਼ਾਮ ਸਨ ਚੋਣਾਂ ਦੇ ਵਿੱਚ ਸਰਕਾਰ ਦੀ ਮਦਦ ਕਰਨ ਦੇ, ਤੇ ਉਸ ਦੀ ਇੱਕ ਵਾਇਰਲ ਹੋਈ ਆਡੀਓ ਕਲਿੱਪ ਨੂੰ ਅਕਾਲੀ ਦਲ ਨੇ ਬਤੌਰ ਸਬੂਤ ਚੋਣ ਕਮਿਸ਼ਨ ਨੂੰ ਵੀ ਸੌਂਪਿਆ, ਜਿਸ ਤੋਂ ਬਾਅਦ ਤਬਾਦਲੇ ਦੀ ਮੰਗ ਨੂੰ ਮੰਨ ਲਿਆ ਗਿਆ। ਨਹੀਂ ਮੇਰੀ ਗੱਲ ਸੁਣਾ। ਹਾਂਜੀ ਸਾਹਿਬ। ਆਪਾਂ ਕੀ ਲੈਣਾ ਫਿਰ ਲੀਡਰੀ ਜਿਹੜਾ ਬੰਦਾ ਬਿਜ਼ਨਸਮੈਨ ਹੋਵੇ, ਕੀ ਲੈਣਾ? ਅੱਧੇ ਕੋਲ ਅਸੀਂ ਤੁਹਾਡੇ ਕੰਮ ਕਰਦੇ ਆ, ਤੂੰ ਛੱਡ ਪਰਾਂ ਕਰੂ ਕਿੱਥੇ ਕੰਮਾਂ 'ਚ ਕਿਹੜੇ ਪਿਆ ਮੈਂ ਵੱਡੇ ਭਾਈ ਪਹਿਲਾਂ ਮੇਰੀ ਗੱਲ ਸੁਣ ਲਈ। ਸਰਕਾਰ ਨਾਲ ਮੱਥਾ ਲਾ ਕੇ ਕੰਮ ਨਹੀਂ ਚੱਲਦੇ ਹੁੰਦੇ ਕਦੇ, ਨਾ ਸਰਕਾਰਾਂ ਜਿੱਤਣ ਦਿੰਦੀਆਂ ਹੁੰਦੀਆਂ। ਨਹੀਂ ਠੀਕ ਹੈ ਤੁਹਾਡੀ ਗੱਲ, ਪਰ ਹੁਣ ਤਾਂ ਸਰ ਆਪਾਂ ਖੜ ਗਏ। ਤੂੰ ਮੇਰੀ ਗੱਲ ਪਹਿਲਾਂ ਮੇਰੀ ਗੱਲ ਸੁਣ। ਹਾਂਜੀ। ਤੂੰ ਬਾਈ ਕਟਬਲ ਨੂੰ ਜਾਣਦਾ? ਹਾਂ। ਤੂੰ ਨਾ ਉਹਨਾਂ ਕੋਲ ਜਾ, ਆਪਣਾ ਵੱਡਾ ਭਰਾ, ਤੂੰ ਤੇਰੇ ਸਾਰੇ ਕੰਮ ਕਰਾਇਆ ਕਰੂਗਾ, ਤੂੰ ਮਿਲ ਕੇ ਆ ਉਹਨੂੰ। ਮੈਂ ਸਪੈਸ਼ਲ ਕਿਹਾ ਮਾਂ ਜੀ ਮੇਰਾ ਭਰਾ, ਉਹ ਕਹਿੰਦਾ ਮੇਰੇ ਤੋਂ ਐਂਟੀ ਚੱਲ ਰਿਹਾ। ਮਾਂ ਨਹੀਂ ਐਂਟੀ ਚੱਲਦਾ, ਉਹ ਜਾ ਕੇ ਮਿਲ ਕੇ ਨਾ ਮੈਨੂੰ ਉਹਨੇ ਗੱਲ ਕਰਾਣੀ ਉਹਨਾਂ ਨਾਲ। ਇਹ ਸਾਰੇ ਮਾਮਲੇ ਕਿਤੇ ਨਾ ਕਿਤੇ ਸਾਬਤ ਕਰ ਰਹੇ ਨੇ ਕਿ ਚੋਣਾਂ ਦੇ ਵਿੱਚ ਜਿੱਤ ਦੇ ਲਈ ਸੱਤਾ ਦੀ ਦੁਰਵਰਤੋਂ ਹੋ ਰਹੀ ਹੈ ਤੇ ਲੋਕਤੰਤਰ ਦੇ ਵਿੱਚ ਠੋਕਤੰਤਰ ਲਿਆ ਕੇ ਉਡਾਇਆ ਜਾ ਰਿਹਾ ਹੈ ਕਾਨੂੰਨ ਦਾ ਮਜ਼ਾਕ। ਬਿਊਰੋ ਰਿਪੋਰਟ BBC ਨਿਊਜ਼। एक सिख नौजवान की कुटमार ते उस दी दस्तार की बेअदबी का मामला शांत हुंदा नज़र नहीं आ रहा। हुण एक कांग्रेसी वर्कर ने ही कैबिनेट मंत्री भारत भूषण आशू ते संगीन इल्जाम लाए ने। पेश है मामले नूं बयान करदी साडी एक खास रिपोर्ट। बेपर्दा होया आशू दा कारनामा, पीड़ित ने सुनाई हड्डबीती। आशू ने कीती ककारां दी बेअदबी, पीड़ितां ते दर्ज कराए झूठे परचे। ये तस्वीरां तुहानू याद होणगियां। थाए दाखा तो कांग्रेसी उम्मीदवार संदीप संधू दा चोण दफ्तर। दिन सी शनिवार। कांग्रेस दा एक गुरसिख अमृतधारी वर्कर गुरसेवक सिंह खुले केसां नाल सड़क ते चीख के अपनी हड्ड बीती सुना रहा सी। आशू ने किवें उस दे ककारां नू पैरां विच रोलिया
ਕਿਵੇਂ ਉਸ ਨਾਲ ਕੁੱਟਮਾਰ ਕੀਤੀ ਗਈ, ਇਸ ਧੱਕੇਸ਼ਾਹੀ ਦੀ ਦਾਸਤਾਨ ਨੂੰ ਬਿਆਨ ਕਰ ਰਿਹਾ ਸੀ। ਪਰ ਕੋਈ ਇਨਸਾਫ ਲਈ ਲਾਈ ਉਸ ਦੀ ਗੁਹਾਰ ਸੁਣਦਾ। ਉਸ ਤੋਂ ਪਹਿਲਾਂ ਆਸ਼ੂ ਦੇ ਇਸ਼ਾਰੇ ਤੇ ਖਾਕੀ ਵਾਲੇ ਗੁੰਡਿਆਂ ਨੇ ਜਾਨਵਰਾਂ ਵਾਂਗ ਇਸ ਨੂੰ ਗੱਡੀ ਵਿੱਚ ਸੁੱਟ ਲਿਆ। ਅਗਲੇ ਦਿਨ ਪਤਾ ਲੱਗਿਆ ਕਿ ਪੁਲਿਸ ਨੇ ਜਨਤਾ ਦੇ ਸੇਵਕ ਦੇ ਇਸ਼ਾਰੇ ਤੇ ਗੁਰਸੇਵਕ ਤੇ ਅਤੇ ਉਸ ਦੇ ਸਾਥੀ ਤਰਨਜੀਤ ਤੇ ਪਾ ਦਿੱਤਾ ਮੋਬਾਈਲ ਚੋਰੀ ਦਾ ਪਰਚਾ, ਸੁੱਟ ਦਿੱਤਾ ਜੇਲ੍ਹ ਦੇ ਅੰਦਰ। ਪਰ ਹੁਣ ਉਸ ਘਟਨਾ ਦੇ ਚਸ਼ਮਦੀਦ ਭੁਗਤ ਭੋਗੀ ਨੇ ਖੋਲ ਕੇ ਰੱਖ ਦਿੱਤੀ ਹੈ। ਆਸ਼ੂ ਅਤੇ ਪੁਲਿਸ ਵਾਲਿਆਂ ਦੀ ਮਿਲੀ ਭਗਤ ਦੀ ਪੋਲ ਪੱਟੀ। ਕਿਸੇ ਤਰ੍ਹਾਂ ਹੁਣ ਤੱਕ ਖੁਦ ਨੂੰ ਪੁਲਿਸ ਵਾਲਿਆਂ ਤੋਂ ਬਚਾਉਂਦੇ ਹੋਏ ਤਰਨਜੀਤ ਨੇ ਮੀਡੀਆ ਦੇ ਸਾਹਮਣੇ ਰੁਕ ਕੀਤਾ ਅਤੇ ਉਸ ਘਟਨਾ ਦਾ ਪੂਰਾ ਬਿਊਰਾ ਦਿੰਦਿਆਂ ਇਨਸਾਫ ਦੀ ਮੁੜ ਗੁਹਾਰ ਲਗਾਈ। ਸਾਡੇ ਪਿੰਡ ਫੰਕਸ਼ਨ ਸੀ ਕਾਂਗਰਸ ਪਾਰਟੀ ਦਾ, ਜੋ ਕਿ ਆਪਣੇ ਐਮਐਲਏ ਨੇ ਜਲੰਧਰ ਕੈਂਟ ਤੋਂ ਪ੍ਰਗਟ ਸਿੰਘ, ਉਹ ਕਿੱਟਾਂ ਵੰਡਣ ਆ ਰਹੇ ਸੀ ਪਿੰਡ। ਉਹਦਾ ਫੰਕਸ਼ਨ ਪਾਰਟੀ ਨੇ ਮੈਨੂੰ ਅਰੇਂਜ ਕਰਨ ਲਈ ਕਿਹਾ ਸੀ। ਬੱਦੋਵਾਲ ਲੰਚ ਦਾ ਟਾਈਮ ਸੀ ਤੇ ਮੈਨੂੰ ਇੱਕ ਦਿਨ ਪਹਿਲਾਂ ਦੱਸਿਆ ਵੀ ਖਾਣਾ ਅਰੇਂਜ ਤੁਸੀਂ ਕਰਨਾ, ਜੋ ਵੀ ਪਾਰਟੀ ਦੇ ਵਰਕਰ ਨਾਲ ਹੋਣਗੇ ਤੇ ਜੋ ਸਾਡੇ ਪਿੰਡ ਦਾ ਸਾਰਾ ਸਿਸਟਮ ਅਸੀਂ ਟੈਂਟ ਲਾ ਕੇ ਕਾਂਗਰਸ ਪਾਰਟੀ ਦੇ ਪਿੰਡ ਦਫ਼ਤਰ ਬਣਾਇਆ ਹੋਇਆ, ਉਹਦੇ ਵਿੱਚ ਅਸੀਂ ਖਾਣੇ ਦਾ ਅਰੇਂਜ ਕੀਤਾ ਹੋਇਆ ਸੀ ਤੇ ਜੋ ਸਮਾਗਮ ਹੋਣਾ ਸੀ ਉਹਦਾ ਅਰੇਂਜ ਕੀਤਾ ਹੋਇਆ ਸੀਗਾ। ਸਾਨੂੰ ਕੁਝ ਟਾਈਮ ਹੀ ਪਹਿਲਾਂ ਪਤਾ ਲੱਗਿਆ ਵੀ ਆਸ਼ੂ ਜੀ ਨੇ ਇਹ ਫੰਕਸ਼ਨ ਡਿਲੇ ਕਰਤਾ, ਵੀ ਬੱਦੋਵਾਲ ਇਹਨਾਂ ਦੇ ਫੰਕਸ਼ਨ 'ਚ ਤੁਸੀਂ ਜਾਣਾ ਨਹੀਂ। ਇੰਨਾ ਪਤਾ ਹੋਣ ਦੇ ਬਾਵਜੂਦ ਇੱਕ ਅੱਧੇ ਮਿੰਟ ਦੇ ਵਿੱਚ ਲੁਧਿਆਣਾ ਦੇ ਮੇਅਰ ਉਹਨਾਂ ਦੀ ਗੱਡੀ ਆ ਕੇ ਰੁਕੀ, ਕਹਿੰਦੇ ਤਰਨਦੀਪ ਬੇਟਾ ਮੇਰੀ ਗੱਲ ਸੁਣ। ਮੈਂ ਬਲਕਾਰ ਸਿੰਘ ਜੀ, ਉਹਨਾਂ ਨੇ ਮੈਨੂੰ ਆਪਣੀ ਗੱਡੀ 'ਚ ਬਿਠਾ ਲਿਆ। ਜਦੋਂ ਅਸੀਂ ਇੱਥੇ ਰੁਕੇ ਆ ਕੇ ਤੇ ਅਸੀਂ ਬੇਨਤੀ ਕੀਤੀ ਵੀ ਮੰਤਰੀ ਸਾਹਿਬ ਨੂੰ ਵੀ ਸਾਡੀ ਬੇਨਤੀ ਹੈ ਜੀ, ਤੁਸੀਂ ਸਾਡਾ ਫੰਕਸ਼ਨ, ਸਾਡੀ ਪਿੰਡ 'ਚ ਕੀ ਇੱਜ਼ਤ ਰਹੂਗੀ ਜੇ ਅਸੀਂ ਪਾਰਟੀ ਦੇ ਕਾਹਦੇ ਵਰਕਰਾਂ, ਸਾਡੇ ਕੋਈ ਲੀਡਰ ਹੀ ਨਹੀਂ ਆ ਕੇ, ਜਾਂ ਸਾਡੇ 'ਚ ਕੋਈ ਕਮੀ ਆ। 8-10 ਸਾਲ ਹੋ ਗਏ ਪਾਰਟੀ ਲਈ ਅਕਾਲੀ ਦਲ ਨਾਲ ਲੜਦਿਆਂ ਨੂੰ, ਵੀ ਉਦੋਂ ਤਾਂ ਅਸੀਂ ਬਹੁਤ ਚੰਗੇ ਸੀਗੇ, ਅੱਜ ਸਾਡੇ 'ਚ ਕੀ ਕਮੀ ਹੋ ਗਈ, ਅਸੀਂ ਫੰਕਸ਼ਨ ਨਹੀਂ ਕਰ ਸਕਦੇ। ਤੇ ਉਹ ਕਹਿੰਦੇ ਬਸ ਤੁਹਾਡੇ ਇਹ ਫੰਕਸ਼ਨ ਨਹੀਂ ਕਰਨਾ ਹੈਗਾ। ਤੇ ਸਾਡੇ ਪਿੰਡ ਦੇ ਉੱਥੇ ਸਾਬਕਾ ਸਰਪੰਚ ਤੇ ਉੱਥੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬੈਠੇ ਸੀ, ਉਹਨਾਂ ਨੇ ਸਾਡੇ ਨਾਲ ਬਦਤਮੀਜ਼ੀ ਕੀਤੀ। ਕੁਝ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਬਦਤਮੀਜ਼ੀ ਨਾਲ ਗੱਲ ਨਾ ਕਰੋ। ਉਹਨਾਂ ਨੇ ਸਾਨੂੰ ਕੁੱਟਣਾ ਮਾਰਨਾ ਸ਼ੁਰੂ ਕਰਤਾ, ਮੈਨੂੰ ਗੁਰਸੇਵਕ ਨੂੰ। ਉੱਥੋਂ ਅਸੀਂ ਭੱਜ ਕੇ ਆਪਦੀ ਜਾਨ ਬਚਾਈ, ਸੜਕ ਤੇ ਆ ਗਏ। ਉੱਥੇ ਆ ਕੇ ਸਾਨੂੰ ਸਿੱਟ ਲਿਆ, ਸਾਡੀਆਂ ਪੱਗਾਂ ਉਤਾਰੀਆਂ, ਕੇਸਾਂ ਦੀ ਬੇਅਦਬੀ ਕੀਤੀ। ਤੇ ਮੰਤਰੀ ਸਾਹਿਬ ਨੇ ਗੁਰਸੇਵਕ ਦੇ ਉੱਤੇ ਬੈਠ ਕੇ ਕਹਿੰਦੇ ਮੈਨੂੰ ਛੱਡ ਦਿਓ, ਅੱਜ ਮੈਂ ਇਹਨੂੰ ਮਾਰ ਦੇਣਾ ਵਾ, ਜਿਹੜਾ ਇਹ ਬਦਤਮੀਜ਼ੀਆਂ ਕਰਦੇ ਆ। ਅਸੀਂ ਕੋਈ ਬਦਤਮੀਜ਼ੀ ਨਹੀਂ ਕੀਤੀ, ਫਿਰ ਵੀ ਉਹਦੇ ਉੱਤੇ ਬਹਿ ਕੇ ਕੇਸਾਂ ਦੀ ਬੇਅਦਬੀ, ਉਹਨਾਂ ਦੀ ਕਿਰਪਾਨ ਦੀ ਬੇਅਦਬੀ ਉੱਤੇ ਬੈਠ ਕੇ ਪੈਰਾਂ ਨਾਲ ਕੀਤੀ। ਸ੍ਰੀ ਸਾਹਿਬ ਜੋ ਆਪਾਂ ਗੁਰੂ ਸਾਹਿਬ ਵੱਲੋਂ ਬਖਸ਼ਿਸ਼ ਹੋਈ ਆ, ਉਸ ਦੀ ਬੇਅਦਬੀ ਕੀਤੀ ਤੇ ਮੈਨੂੰ ਧਮਕੀਆਂ ਦਿੱਤੀਆਂ ਵੀ ਹੁਣ ਭੱਜਦਾ ਕਿੱਥੇ ਆ, ਅੱਜ ਤੈਨੂੰ ਇਹਨਾਂ ਨੂੰ ਮਾਰ ਦਿਓ ਜਿਹੜੇ ਗੁੰਡੇ ਸੀ ਨਾਲ। ਅਸੀਂ ਇੱਕ ਕਾਂਗਰਸੀਆਂ, ਸਾਡੇ ਖੂਨ 'ਚ ਕਾਂਗਰਸ ਆ, ਨਾ ਕਿ ਅਸੀਂ, ਪਰ ਅਸੀਂ ਅੱਜ ਮਜੀਠੀਆ ਸਾਹਿਬ ਨਾਲ ਮੈਂ ਸੰਪਰਕ ਕੀਤਾ, ਯਾਲੀ ਸਾਹਿਬ ਨਾਲ, ਕਿਉਂਕਿ ਮੇਰੀ ਜਾਨ ਨੂੰ ਧਮਕੀਆਂ ਆ ਰਹੀਆਂ ਨੇ ਵੀ ਤੈਨੂੰ ਜਾਨੋਂ ਮਾਰ ਦਿਆਂਗੇ। ਕਿਉਂਕਿ ਮੈਂ 2-4 ਦਿਨ ਤੋਂ ਭਗੌੜਾ, ਮੇਰੇ ਤੇ ਵੀ ਪਰਚਾ ਦਰਜ ਹੋਇਆ, ਮੈਨੂੰ FIR ਮੈਂ ਲਈ ਆ ਕਿਸੇ ਤਰੀਕੇ। ਇਸ ਕਰਕੇ ਮੈਂ ਆਪਣੀ ਜਾਨ ਨੂੰ ਬਚਾਉਣ ਲਈ ਤੁਹਾਡੇ ਸਾਹਮਣੇ ਮੈਂ ਬੇਨਤੀ ਕੀਤੀ ਆ ਵੀ ਮੈਨੂੰ ਮੇਰੀ ਜਾਨ ਤੋਂ ਖਤਰਾ ਵਾ, ਕੱਲ੍ਹ ਨੂੰ ਮੈਨੂੰ ਕੁਛ ਹੁੰਦਾ ਤਾਂ ਇਹ ਮੇਰੇ ਆਸ਼ੂ ਜੀ ਜ਼ਿੰਮੇਵਾਰ ਨੇ। ਪਿਛਲੇ 10 ਸਾਲਾਂ ਤੋਂ ਕਾਂਗਰਸੀ ਵਰਕਰ ਰਹੇ ਤਰਨਜੀਤ ਦੇ ਖੁਲਾਸਿਆਂ ਤੋਂ ਬਾਅਦ ਸਵਾਲ ਉੱਠਣੇ ਲਾਜ਼ਮੀ ਨੇ। ਕਕਾਰਾਂ ਦੀ ਬੇਅਦਬੀ ਕਰਨ ਵਾਲੇ ਆਸ਼ੂ ਨੂੰ ਕੈਪਟਨ ਕੈਬਨਿਟ ਤੋਂ ਬਾਹਰ ਕਰਨਗੇ? ਆਸ਼ੂ ਦੇ ਇਸ਼ਾਰੇ ਤੇ ਝੂਠੇ ਪਰਚੇ ਪਾਉਣ ਵਾਲੇ ਪੁਲਿਸ ਅਧਿਕਾਰੀਆਂ ਤੇ ਕੋਈ ਕਾਰਵਾਈ ਹੋਵੇਗੀ? ਕਾਂਗਰਸੀ ਉਮੀਦਵਾਰ ਸੰਦੀਪ ਸੰਧੂ ਆਪਣੇ ਹੀ ਵਰਕਰ ਦੀ ਆਸ਼ੂ ਵੱਲੋਂ ਕੀਤੀ ਇਸ ਬੇਇੱਜ਼ਤੀ ਤੇ ਜਵਾਬ ਦੇਣਗੇ? ਚੋਣ ਜ਼ਾਬਤੇ ਦੌਰਾਨ ਵੋਟਰਾਂ ਨੂੰ ਕਿੱਟਾਂ ਵੰਡ ਕੇ ਭਰਮਾਉਣ ਦੇ ਖੁਲਾਸੇ ਤੋਂ ਬਾਅਦ ਕੀ ਚੋਣ ਕਮਿਸ਼ਨ ਇਸ ਦਾ ਨੋਟਿਸ ਲਵੇਗਾ? ਪਹਿਲਾਂ ਪੱਗ ਰੋਲੀ ਜਾਂਦੀ ਹੈ, ਬੇਅਦਬੀ ਕੀਤੀ ਜਾਂਦੀ ਹੈ, ਫਿਰ ਪਰਚਾ ਦਰਜ ਇਹਨਾਂ ਤੇ ਹੁੰਦਾ। ਇਹ 3 ਦਿਨ ਤੋਂ ਆਪਦੇ ਘਰ ਨਹੀਂ ਵੜਿਆ। ਅੱਜ ਕਿਸੇ ਨੂੰ ਪਤਾ ਲੱਗ ਗਿਆ ਕਿ ਮੈਂ ਹਲਕੇ 'ਚ ਸੀ ਤੇ ਇਹਨਾਂ ਨੇ ਮੇਰੇ ਨਾਲ ਅੱਜ ਆਪ ਪਿਛਲਾ ਪਿੰਡ ਮਲਸੀਆਂ ਭਾਈ ਕੇ ਇਹ ਮੈਨੂੰ ਮਿਲੇ। ਇਸ ਨੌਜਵਾਨ ਤੇ ਵੀ, ਇਹਦਾ ਨਾਂ ਤਰਨਦੀਪ, ਇਹ ਵੀ ਉਸੇ ਪਿੰਡ ਦਾ, ਇਹ ਵਾਈਸ ਪ੍ਰਧਾਨ ਹੈ ਕਾਂਗਰਸ ਦਾ। ਉਹ ਸਾਹਮਣੇ ਵਾਲੇ ਦਫ਼ਤਰ 'ਚ ਰੋਜ਼ ਜਾਂਦਾ ਸੀਗਾ ਸੰਦੀਪ ਸੰਧੂ ਦੇ ਮਗਰ ਅੱਜ ਇਹ ਸਾਡੇ ਕੋਲ ਕਿਉਂ ਆਇਆ? ਕਿਉਂਕਿ ਇਹਨੂੰ ਕਈ ਦਿਨਾਂ ਤੋਂ ਫੋਨ ਆ ਰਹੇ ਸੀ, ਤੂੰ ਆ ਜਾ, ਆਸ਼ੂ ਦੇ ਹੱਕ 'ਚ ਬਿਆਨ ਦੇ ਮੰਤਰੀ ਤੇ ਤੇਰੀ ਖਲਾਸੀ ਹੋ ਜੂ। ਜੇ ਤੂੰ ਨਹੀਂ ਦੇਂਗਾ ਤਾਂ ਤੇਰੇ ਤੇ ਨਵਾਂ ਪਰਚਾ ਦਰਜ ਹੋਊਗਾ। ਇੱਕ ਇਹਦੇ ਤੇ ਸ਼ਾਇਦ ਕਰ ਵੀ ਦਿੱਤਾ, ਇੱਕ ਹੋਰ ਕਰਨ ਨੂੰ ਫਿਰਦੇ ਆ।
ਵਸਨੀਕ ਦੀ ਲੜਾਈ ਹੈ ਔਰ ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਸਤਾਰ ਦੀ ਲੜਾਈ ਹੈ। ਇਹ ਸਿੱਖ ਭਾਵਨਾ ਦੀ ਲੜਾਈ ਹੈ। ਇਹ ਗੁਰੂ ਸਾਹਿਬ ਦੀ ਕਕਾਰਾਂ ਦੀ ਜਿਹੜੀ ਬੇਅਦਬੀ ਹੋਈ ਆ ਉਹਦੀ ਲੜਾਈ ਹੈ। ਇਹਦੇ 'ਚ ਕਿਸੇ ਹੋਰ ਨਹੀਂ। ਇਹਨੂੰ ਤੁਸੀਂ ਪਾਰਟੀ ਜਾਂ ਕਿਸੇ ਦਾ ਨਾਂ ਲੈ ਕੇ ਛੋਟਾ ਨਾ ਕਰੋ। ਮੇਰੇ ਸਿਰ ਤੇ ਵੀ ਪੱਗ ਹੈ। ਬੇਅਦਬੀ ਜਿਹੜਾ ਇਹ ਕਾਂਗਰਸ ਨੇ ਜਿਹੜਾ ਪੁਰਾਣਾ ਜਿਹੜਾ ਮੈਂ ਸਮਝਾਂ ਇਹ ਇੰਦਰਾ ਗਾਂਧੀ ਦੀ ਰੂਹ ਉਹਦੇ 'ਚ ਵੜ ਗਈ ਇਹ ਆਸ਼ੂ ਜੇ 'ਚ ਕਿ ਰਾਜੀਵ ਗਾਂਧੀ ਤੇ ਇਹਨੂੰ ਖਿਆਲ ਆ ਗਿਆ ਕਿ ਉਹ ਕੰਮ ਸ਼ੁਰੂ ਕਰਤਾ ਇੱਥੇ। ਇਹ ਗੱਲਾਂ ਕੋਈ ਬਰਦਾਸ਼ਤ ਨਹੀਂ ਕਰੂਗਾ ਔਰ ਆਸ਼ੂ ਸ਼ੁੱਡ ਬੀ ਇਮੀਡੀਏਟਲੀ ਬੁੱਕਡ, ਪਰਚਾ ਦਰਜ ਹੋਵੇ ਉਹਦੇ ਤੇ ਔਰ ਉਹਨੂੰ ਫੜ ਕੇ ਅੰਦਰ ਦਿੱਤਾ ਜਾ ਹੋਵੇ ਸ਼ਾਮ ਤੱਕ, ਨਹੀਂ ਤਾਂ ਇਹ ਲੜਾਈ ਸਾਡੀ ਜਾਰੀ ਰਹੂਗੀ। ਤਾਂ ਮੰਨਦੇ ਫਿਰਦੇ ਸੀ ਲੋਕਤੰਤਰ ਡੈਮੋਕ੍ਰੇਸੀ 'ਚ ਕੀ ਕਾਂਗਰਸ ਦੀ ਬਖਲਾਹਟ ਇਸ ਲੈਵਲ ਤੇ ਹੋ ਗਈ ਹੈ ਕਿ ਉਹ ਵੋਟਰਾਂ ਨੂੰ ਬਰਾਈਬ ਕਰਦੇ ਫਿਰਦੇ ਆ। ਮਤਲਬ ਇਸ ਵੇਲੇ ਕੋਈ ਕਿੱਟ ਵੰਡ ਸਕਦਾ ਔਰ ਇਹ ਦੱਸ ਕੌਣ ਰਿਹਾ? ਕਾਂਗਰਸ ਦਾ ਵਰਕਰ ਆਪ ਵਾਈਸ ਪ੍ਰਧਾਨ ਕਾਂਗਰਸ ਦਾ ਆਪ ਦੱਸ ਰਿਹਾ। ਔਰ ਵੱਡੀ ਗੱਲ ਵੰਡ ਕੌਣ ਰਿਹਾ? ਐਮਐਲਏ ਪ੍ਰਗਟ ਸਿੰਘ ਤੇ ਮੇਅਰ ਤੇ ਆਸ਼ੂ ਦੀ ਪ੍ਰਵਾਨਗੀ ਹੇਠ। ਔਰ ਮੈਂ ਅੱਜ ਤੁਹਾਨੂੰ ਕਹਿ ਦਿਆਂ ਇਹ ਹਰ ਤਰੀਕੇ ਦੀ ਧਾਂਦਲੀ, ਲੋਕਤੰਤਰ ਨਹੀਂ ਡੰਡਾ ਤੰਤਰ, ਫੰਡਾਮੈਂਟਲ ਰਾਈਟ ਤੇ ਡਾਕੇ ਪੈ ਰਿਹਾ। ਲੋਕਾਂ ਨੂੰ ਆਪਦੇ ਅਧਿਕਾਰ ਜੋ ਸੰਵਿਧਾਨ ਨੇ ਸਾਨੂੰ ਦਿੱਤਾ ਉਹ ਫ੍ਰੀ ਐਂਡ ਫੇਅਰ ਇਲੈਕਸ਼ਨ ਨਹੀਂ ਹੋ ਰਹੀ। ਆਸ਼ੂ ਤੇ ਕਾਰਵਾਈ ਕਦੋਂ ਹੋਵੇਗੀ ਇਹ ਸਵਾਲ ਇਸ ਲਈ ਹੋਰ ਵੀ ਵੱਡਾ ਹੈ ਕਿਉਂਕਿ ਭਾਰਤ ਭੂਸ਼ਣ ਆਸ਼ੂ ਕਦੇ ਮਹਿਲਾ ਅਧਿਕਾਰੀ ਨੂੰ ਸ਼ਰੇਆਮ ਬੇਇੱਜ਼ਤ ਕਰਦੇ ਨੇ। ਇਸ ਕਰਕੇ ਸੱਦਿਆ ਗਿਆ ਤੁਹਾਨੂੰ। ਹੁਣ ਨਹੀਂ ਆਉਣਾ। ਕਦੇ ਆਪਣੀ ਮਜ਼ਦੂਰੀ ਮੰਗਣ ਤੇ ਮਜ਼ਲੂਮ ਨਾਲ ਕੁੱਟਮਾਰ ਕਰਦੇ ਕੈਮਰੇ ਵਿੱਚ ਕੈਦ ਹੁੰਦੇ ਨੇ। ਕਦੇ ਹਾਈ ਕੋਰਟ ਤੋਂ ਵੱਡੀ ਆਪਣੀ ਅਥਾਰਟੀ ਦੱਸਦੇ ਹੋਏ ਪੁਲਿਸ ਅਧਿਕਾਰੀਆਂ ਨੂੰ ਧਮਕੀ ਦਿੰਦੇ ਨੇ। ਯਾਨੀ ਕਾਰਨਾਮਿਆਂ ਦਾ ਇਤਿਹਾਸ ਪੁਰਾਣਾ ਹੈ। ਪਰ ਕਾਂਗਰਸੀ ਵਰਕਰ ਨਾਲ ਹੋਈ ਕੁੱਟਮਾਰ ਨੇ ਸਵਾਲ ਇਹ ਵੀ ਖੜਾ ਕਰ ਦਿੱਤਾ ਹੈ ਕਿ ਜੇਕਰ ਆਪਣੇ ਹੀ ਪਾਰਟੀ ਦੇ ਵਰਕਰਾਂ ਨਾਲ ਆਸ਼ੂ ਸਾਹਿਬ ਇੰਨਾ ਪਿਆਰ ਕਰਦੇ ਨੇ ਤਾਂ ਫਿਰ ਆਮ ਆਦਮੀ ਦੀ ਤਾਂ ਬਿਸਾਤੀ ਕੀ। ਨਵੀਨ ਸ਼ਰਮਾ, ਪੀਟੀਸੀ ਨਿਊਜ਼, ਲੁਧਿਆਣਾ। ਖਬਰ ਖਾਸ ਵਕਤ ਇੱਕ ਬ੍ਰੇਕ ਦਾ ਹੈ। ਬ੍ਰੇਕ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਕਿ ਕਿਵੇਂ ਚੋਣਾਂ ਤੋਂ ਪਹਿਲਾਂ ਵਿਰੋਧ ਦੇ ਸੁਰ ਕਾਂਗਰਸ ਤੇ ਪੈ ਸਕਦੇ ਨੇ ਭਾਰੀ। ਜਲਾਲਾਬਾਦ ਵਿੱਚ ਜ਼ਿਮਨੀ ਚੋਣ ਤੋਂ ਪਹਿਲਾਂ ਲੋਕਾਂ ਦੇ ਬਿਜਲੀ ਬਿੱਲ ਮਾਫ ਹੋਣ ਦੀ ਖਬਰ ਫੈਲਣ ਤੋਂ ਬਾਅਦ ਵੱਡੀ ਗਿਣਤੀ 'ਚ ਲੋਕ ਬਿਜਲੀ ਦਫ਼ਤਰ ਆਪਣੇ ਬਿੱਲ ਮਾਫ ਕਰਾਉਣ ਲਈ ਪਹੁੰਚ ਗਏ। ਇਸ ਬਾਰੇ ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਚੋਣ ਕਮਿਸ਼ਨਰ ਨੂੰ ਮਾਮਲੇ ਦੀ ਸ਼ਿਕਾਇਤ ਕਰ ਦਿੱਤੀ ਹੈ। ਅਕਾਲੀ ਦਲ ਦੇ ਮੁਤਾਬਕ ਕਾਂਗਰਸੀ ਉਮੀਦਵਾਰ ਲੋਕਾਂ ਦੇ ਬਿਜਲੀ ਬਿੱਲ ਆਪਣੇ ਪੱਲਿਓਂ ਭਰ ਕੇ ਚੋਣ ਜ਼ਾਬਤੇ ਦੀ ਉਲੰਘਣਾ ਕਰ ਰਿਹਾ ਹੈ। ਬਿਜਲੀ ਦਾ ਬਿੱਲ ਮਾਫ, ਬਿਜਲੀ ਦਾ ਬਿੱਲ ਮਾਫ। ਜਲਾਲਾਬਾਦ 'ਚ ਇਹ ਖਬਰ ਅੱਗ ਵਾਂਗ ਫੈਲ ਗਈ ਹੈ ਕਿ ਸਰਕਾਰ ਬਿਜਲੀ ਦੇ ਬਿੱਲ ਮਾਫ ਕਰ ਰਹੀ ਹੈ। ਤਾਂ ਹੀ ਤਾਂ ਲੋਕ ਬਿਜਲੀ ਦਫ਼ਤਰ 'ਚ ਇੰਜ ਟੁੱਟ ਕੇ ਪਏ ਨੇ। ਮਹਿੰਗੀ ਬਿਜਲੀ ਦੀ ਮਾਰ ਚੱਲ ਰਹੇ ਲੋਕਾਂ ਨੂੰ ਇਸ ਤੋਂ ਵੱਡੀ ਆਸ ਕੀ ਹੋ ਸਕਦੀ ਸੀ। ਕਿਸੇ ਨੂੰ ਆਸ ਜਗੀ 7200 ਦਾ ਬਿੱਲ ਮਾਫ ਹੋਣ ਦੀ ਤਾਂ ਕਿਸੇ ਨੂੰ 20000 ਦਾ। ਇੱਥੇ ਬਾਜ਼ਾਰ ਸਰ ਕਿਸੇ ਨੇ ਕਿਹਾ ਸੀ ਆ ਗਏ ਬਿੱਲ ਮਾਫ ਹੋਣਗੇ। ਹਾਂਜੀ ਅਸੀਂ ਬਿੱਲ ਮਾਫ ਕਰਾਉਣ ਵਾਸਤੇ ਸਾਨੂੰ ਕਹਿੰਦੇ ਨੇ ਵੀ ਆਪ ਸਭ ਕਹਿੰਦੇ ਬਿੱਲ ਮਾਫ ਹੋਣਗੇ, ਲਾਈਨ 'ਚ ਲੱਗੋ ਜਿੰਨਾ 10000 ਉੱਤੇ ਆਉਂਦਾ ਹੈ। ਅਸੀਂ ਇਸ ਕਰਕੇ ਲਾਈਨਾਂ 'ਚ ਲੱਗੇ ਹੋਏ ਆ। 2-2 3-3 ਘੰਟੇ ਹੋ ਗਏ ਨੇ ਲਾਈਨਾਂ 'ਚ ਲੱਗਿਆ ਨੂੰ। ਕੌਣ ਕਹਿੰਦਾ ਬਿੱਲ ਮਾਫ ਹੋਏਗਾ? ਇਹ ਇੱਥੋਂ ਆਵਾਜ਼ ਆਈ ਆ, ਸਾਰੇ ਤਾਂ ਹੀ ਆਏ ਆ ਜੀ। ਹਾਂਜੀ ਬਾਬਾ ਜੀ। ਜੀ ਬਿੱਲ ਮਾਫ ਹੋਇਆ ਤੇ ਪਤਾ ਨਹੀਂ ਕਿੱਦਾਂ ਲੱਗਿਆ। ਕਿੰਨਾ ਬਿੱਲ ਹੈ ਤੁਹਾਡਾ? ਬਿੱਲ 20000 ਰੁਪਇਆ ਮਾਫ ਕਰਨਗੇ? ਹਾਂਜੀ ਆਂਦੇ ਮਾਫ ਕਰਕੇ ਪਤਾ ਨਹੀਂ ਮੋਟਾ ਰਾਜ ਕੀ ਰਾਜ ਇਹ ਪਤਾ ਨਹੀਂ ਜੀ। ਸਾਨੂੰ ਉੱਠਦੀ ਆਵਾਜ਼ ਚ ਆਈ ਬਿੱਲ ਮਾਫ ਹੋ ਰਹੇ ਨੇ। ਕੌਣ ਮਾਫ ਕਰ ਰਿਹਾ? ਇਹ ਬਸ ਕੋਈ ਸਮਝ ਨਹੀਂ। ਤੁਸੀਂ ਹੁਣ ਇੱਥੇ ਆਏ ਹੋ, ਕੀ ਹੋਇਆ ਹੁਣ? ਉਹਨਾਂ ਨੇ ਜੀ ਸਾਡੇ ਕੋਲ ਇੱਕ ਨੰਬਰ ਲਿਆ ਤੇ ਇੱਕ ਐਪਲੀਕੇਸ਼ਨ ਜੀ ਦਿੱਤੀ ਹੈ ਕਿ ਤੁਹਾਨੂੰ ਮੈਸੇਜ ਆਇਆ ਬਿੱਲ ਮਾਫ ਹੋ ਜਾਏਗਾ। ਤਾਂ ਸੁਣਿਆ ਤੁਸੀਂ, ਲੋਕ ਸਾਫ਼ ਕਹਿ ਰਹੇ ਨੇ ਕਿ ਉਹਨਾਂ ਤੋਂ ਬਿਜਲੀ ਮਾਫ ਹੋਣ ਦੀ ਅਰਜ਼ੀ ਲਈ ਜਾ ਰਹੀ ਹੈ। ਮੋਬਾਈਲ ਨੰਬਰ ਵੀ ਨੋਟ ਹੋ ਰਹੇ ਨੇ ਤੇ ਭਰੋਸਾ ਵੀ ਦਿੱਤਾ ਜਾ ਰਿਹਾ ਹੈ ਕਿ ਬਿਜਲੀ ਬਿੱਲ ਮਾਫ ਹੋਣ ਤੇ ਉਹਨਾਂ ਨੂੰ SMS ਵੀ ਆ ਜਾਵੇਗਾ। ਪਰ ਮੀਡੀਆ ਦਾ ਕੈਮਰਾ ਵੇਖਦਿਆਂ ਹੀ ਦਫ਼ਤਰ 'ਚ ਮੌਜੂਦ ਮੁਲਾਜ਼ਮਾਂ ਦੇ ਇੰਜ ਹੋਸ਼ ਉੱਡ ਗਏ ਜਿਵੇਂ ਕਿਸੇ ਦੀ ਪੋਲ ਖੁੱਲ ਗਈ ਹੋਵੇ। ਤੇ ਕਿਵੇਂ ਉਹ ਆਨੇ ਬਹਾਨੇ ਬਣਾਉਣ ਲੱਗੇ ਇਹ ਵੀ ਸੁਣ ਲਓ। ਲੋਕ ਸਾਨੂੰ ਜੋ ਰਜਿਸਟਰ ਸਾਡਾ ਲਵਾ ਕੇ ਅਸੀਂ ਕਰਾਂਗੇ। ਇਹ ਲਿਸਟ ਕਾਹਦੀ ਹੈ ਜੀ? ਬਿੱਲ ਮਾਫ ਕਰਨਾ।
ਬਿੱਲ ਮਾਫ ਕਰਨ ਦੀ ਕੌਣ ਮਾਫ ਕਰ ਰਿਹਾ ਜੀ? ਕੋਈ ਬੰਦਾ ਨਹੀਂ ਸਾਨੂੰ ਜੋ ਕਹੇ ਅਸੀਂ ਤਾਂ ਆਪਦੀ ਕਾਰਵਾਈ ਕਰਦੇ ਹਾਂ। ਸਾਨੂੰ ਤੇ ਅਸੀਂ ਤੇ ਇੱਥੇ ਪ੍ਰਾਈਵੇਟ ਜੌਬ ਤੇ ਹਾਂ ਫਰੈਂਡਸ ਤੇ। ਤੁਹਾਨੂੰ ਆਰਡਰ ਤਾਂ ਕਿਸੇ ਨੇ ਇੱਥੇ ਬਿਠਾਇਆ ਹੋਣਾ ਨਾ, ਆਰਡਰ ਤਾਂ ਦਿੱਤੇ ਹੋਣੇ ਕਿਸੇ ਨੇ ਤੁਹਾਨੂੰ। ਉਹ ਮੁੰਡਾ ਹੈਗਾ ਸੋਢੀ ਸਾਹਿਬ ਨੂੰ ਲਿਖਿਆ ਸੀ। ਸੋਢੀ ਸਾਹਿਬ ਨੇ ਕਿਹਾ ਤੁਹਾਨੂੰ? ਨਹੀਂ ਉਹ ਮੁੰਡਾ ਪਹਿਲਾਂ ਲਿਖ ਰਿਹਾ ਸੀ ਨਾ, ਉਹ ਤਾਂ ਰੋਟੀ ਖਾਣ ਗਿਆ। ਬਿਜਲੀ ਬੋਰਡ ਦੀ ਵਨ ਟਾਈਮ ਸੈਟਲਮੈਂਟ ਸਕੀਮ ਹੈ 32/2019 ਸਰਕੂਲਰ ਦੇ ਤਹਿਤ ਆਈ ਸੀਗੀ ਜੀ। 2-3 ਮਹੀਨੇ ਪਹਿਲਾਂ ਆਈ ਸੀਗੀ ਜੀ। ਤੇ ਜਿਹਦੇ ਤਹਿਤ ਮਤਲਬ ਅਗਰ ਆਪਾਂ ਮਤਲਬ ਵਨ ਟਾਈਮ ਸੈਟਲਮੈਂਟ ਵਿੱਚ ਕੇਸ ਲਗਾਉਂਦੇ ਆ ਤਾਂ ਉਹਦੇ ਵਿੱਚ ਕੀ ਹੁੰਦਾ, ਆਪਣੇ ਕੁਝ ਜੁਰਮਾਨੇ ਮਾਫ ਕਰ ਦਿੱਤੇ ਜਾਂਦੇ ਹਨ, ਬਾਕੀ ਦਾ ਬਿੱਲ ਆਪਾਂ ਨੂੰ ਭਰਨਾ ਪੈਂਦਾ ਹੈ ਅਗਰ ਫੈਸਲਾ ਆਪਣੇ ਹੱਕ 'ਚ ਆਉਂਦਾ ਜੀ। ਤੇ ਲੇਕਿਨ ਇਹ ਅਫਵਾਹ ਹੈ ਇਲੈਕਸ਼ਨ ਟਾਈਮ ਇੱਕ ਤਰ੍ਹਾਂ ਦੀ। ਉਧਰ ਸ਼੍ਰੋਮਣੀ ਅਕਾਲੀ ਦਲ ਨੇ ਇਸ ਨੂੰ ਚੋਣ ਜ਼ਾਬਤੇ ਦੀ ਸ਼ਰੇਆਮ ਉਲੰਘਣਾ ਕਰਾਰ ਦਿੰਦਿਆਂ ਬਕਾਇਦਾ ਇਸ ਦੀ ਸ਼ਿਕਾਇਤ ਮੁੱਖ ਚੋਣ ਅਫਸਰ ਨੂੰ ਕਰ ਦਿੱਤੀ ਹੈ। ਚਰਨਜੀਤ ਬਰਾੜ ਨੇ ਮੰਗ ਕੀਤੀ ਹੈ ਕਿ ਕਾਂਗਰਸੀ ਉਮੀਦਵਾਰ ਰਮਿੰਦਰ ਆਮਲਾ ਤੇ ਪਰਚਾ ਦਰਜ ਕਰਕੇ ਉਹਨਾਂ ਦੀ ਉਮੀਦਵਾਰੀ ਰੱਦ ਕੀਤੀ ਜਾਵੇ। ਅੱਜ ਹੁਣੇ ਇਲੈਕਸ਼ਨ ਕਮਿਸ਼ਨ ਨੂੰ ਅਸੀਂ ਸ਼ਿਕਾਇਤ ਭੇਜੀ ਹੈ ਕਿ ਕਾਂਗਰਸ ਦੇ ਉਮੀਦਵਾਰ ਰਵਿੰਦਰ ਆਮਲਾ ਵੱਲੋਂ ਬਿਜਲੀ ਬੋਰਡ ਦੇ ਦਫ਼ਤਰਾਂ ਦੇ ਵਿੱਚ ਬੰਦੇ ਬਿਠਾ ਕੇ ਬਕਾਇਦਾ ਬਿੱਲ ਇਕੱਠੇ ਕੀਤੇ ਜਾ ਰਹੀ ਹੈ, ਉਹਨਾਂ ਦੇ ਟੈਲੀਫੋਨ ਨੰਬਰ ਲਾਏ ਜਾ ਰਹੇ, ਪੈਸੇ ਕੋਲੋਂ ਭਰੇ ਜਾ ਰਹੇ ਹੈ ਜਾਂ ਸਰਕਾਰ ਭਰ ਰਹੀ ਹੈ, ਉਹਨਾਂ ਨੂੰ SMS ਤੱਕ ਰਿਸੀਵ ਹੋ ਰਿਹਾ ਕਿ ਬਿਜਲੀ ਦਾ ਬਿੱਲ ਤੁਹਾਡਾ ਭਰਿਆ ਗਿਆ। ਮਾਨਯੋਗ ਇਲੈਕਸ਼ਨ ਕਮਿਸ਼ਨ ਤੋਂ ਮੰਗ ਕੀਤੀ ਹੈ ਕਿ ਪੈਸੇ ਦੀ ਦੁਰਵਰਤੋਂ ਕਰਨ, ਵੋਟਾਂ ਦਾ ਖਰੀਦਣ ਦੇ ਤੌਰ ਤੇ ਇੱਕ ਸਬੂਤ ਸਾਹਮਣੇ ਆਇਆ ਤੇ ਪਰਚਾ ਦਰਜ ਕੀਤਾ ਜਾਵੇ ਤੇ ਕਾਂਗਰਸ ਦੇ ਉਮੀਦਵਾਰ ਦੀ ਉਮੀਦਵਾਰੀ ਜਿਹੜੀ ਹੈ ਰੱਦ ਕੀਤੀ ਜਾਵੇ। ਇਸ ਪੂਰੇ ਮਾਮਲੇ ਨਾਲ ਜੁੜੇ ਹੋਏ ਕਈ ਸਾਰੇ ਸਵਾਲ ਖੜੇ ਹੁੰਦੇ ਨੇ। ਸਵਾਲ ਇਹ ਕਿ ਕੀ ਪੰਜਾਬ ਸਰਕਾਰ ਨੇ ਸਿਰਫ ਜਲਾਲਾਬਾਦ 'ਚ ਹੀ ਬਿਜਲੀ ਬਿੱਲ ਮਾਫੀ ਦੀ ਯੋਜਨਾ ਸ਼ੁਰੂ ਕੀਤੀ ਹੈ? ਜੇ ਨਹੀਂ ਤਾਂ ਬਿਜਲੀ ਦਫ਼ਤਰ 'ਚ ਲੋਕਾਂ ਦੀਆਂ ਅਰਜ਼ੀਆਂ ਕਿਉਂ ਲਈਆਂ ਜਾ ਰਹੀਆਂ ਨੇ? ਬਕਾਇਦਾ ਲੋਕਾਂ ਦੇ ਮੋਬਾਈਲ ਨੰਬਰ ਵੀ ਕਿਉਂ ਨੋਟ ਕੀਤੇ ਜਾ ਰਹੇ ਨੇ? ਤੇ ਬਿਜਲੀ ਬਿੱਲ ਮਾਫ ਹੋਣ ਦੀ ਖਬਰ ਸਿਰਫ ਜਲਾਲਾਬਾਦ 'ਚ ਹੀ ਕਿਉਂ ਫੈਲੀ? ਜੇ ਲੋਕਾਂ ਦੇ ਬਿਜਲੀ ਬਿੱਲ ਸੱਚਮੁੱਚ ਮਾਫ ਹੋ ਰਹੇ ਨੇ ਤਾਂ ਕੌਣ ਭਰ ਰਿਹਾ ਉਹਨਾਂ ਦੇ ਬਿੱਲ? ਕੀ ਸਰਕਾਰੀ ਖਰਚੇ ਤੇ ਲੋਕਾਂ ਦੀਆਂ ਵੋਟਾਂ ਹਾਸਲ ਕਰਨ ਦੀ ਹੋ ਰਹੀ ਹੈ ਕੋਸ਼ਿਸ਼? ਤੇ ਕੀ ਇਹ ਚੋਣ ਜ਼ਾਬਤੇ ਦੀ ਸ਼ਰੇਆਮ ਉਲੰਘਣਾ ਨਹੀਂ ਹੈ? ਚੋਣਾਂ ਜਿੱਤਣ ਲਈ ਵਾਅਦੇ ਤਾਂ ਬਹੁਤ ਸਾਰੇ ਕੀਤੇ ਜਾਂਦੇ ਨੇ, ਪਰ ਲੋਕਾਂ ਦੇ ਬਿਜਲੀ ਬਿੱਲ ਭਰ ਕੇ ਵੋਟਾਂ ਹਾਸਲ ਕਰਨ ਦੀ ਕੋਸ਼ਿਸ਼ ਦਾ ਇਹ ਮਾਮਲਾ ਨਿਵੇਕਲਾ ਵੀ ਹੈ ਤੇ ਗੈਰ ਕਾਨੂੰਨੀ ਵੀ, ਜਿਸ ਦੀ ਸਹੀ ਜਾਂਚ ਤੋਂ ਬਾਅਦ ਕਾਰਵਾਈ ਦੀ ਮੰਗ ਅਕਾਲੀ ਦਲ ਨੇ ਕੀਤੀ ਹੈ। PTC ਨਿਊਜ਼ ਲਈ ਜਲਾਲਾਬਾਦ ਤੋਂ BS ਰਾਣੂ ਦੀ ਰਿਪੋਰਟ। ਵੋਟਾਂ ਮੰਗਣ ਲਈ ਜਲਾਲਾਬਾਦ ਪਹੁੰਚੇ ਮੁੱਖ ਮੰਤਰੀ ਦਾ ਸਵਾਗਤ ਲਾਲ ਗੁਲਾਬ ਦੇ ਨਾਲ ਨਹੀਂ ਸਗੋਂ ਲਾਲ ਝੰਡਿਆਂ ਨਾਲ ਹੋਇਆ। ਸਰਕਾਰ ਦੀ ਵਾਅਦਾ ਖਿਲਾਫੀ ਤੋਂ ਗੁੱਸਾਏ ਟੀਚਰਜ਼ ਤੇ ਪੈਨਸ਼ਨਰ ਯੂਨੀਅਨ ਨੇ ਕੈਪਟਨ ਸਰਕਾਰ ਦੇ ਖਿਲਾਫ ਜ਼ਬਰਦਸਤ ਨਾਅਰੇਬਾਜ਼ੀ ਕੀਤੀ। ਕੈਪਟਨ ਸਾਹਿਬ ਦੇ ਰੋਡ ਸ਼ੋਅ ਤੋਂ ਪਹਿਲਾਂ ਹੀ ਮੁਜ਼ਾਹਰਾਕਾਰੀ ਪਹੁੰਚੇ ਤੇ ਲਾਲ ਝੰਡੇ ਵਿਖਾ ਕੇ ਗੁੱਸੇ ਦਾ ਇਜ਼ਹਾਰ ਕੀਤਾ। ਪੇਸ਼ ਹੈ ਇਹ ਰਿਪੋਰਟ। ਚੋਣਾਂ ਤੋਂ ਪਹਿਲਾਂ ਹੀ ਵਧੀ ਕਾਂਗਰਸੀ ਉਮੀਦਵਾਰਾਂ ਦੀ ਮੁਸ਼ਕਿਲ। ਸਰਕਾਰ ਦੀ ਵਾਅਦਾ ਖਿਲਾਫੀ ਵਿਰੁੱਧ ਸੜਕਾਂ ਤੇ ਉਤਰੇ ਮੁਜ਼ਾਹਰਾਕਾਰੀ। ਵੋਟਾਂ ਮੰਗਣ ਲਈ ਜਲਾਲਾਬਾਦ ਪਹੁੰਚੇ ਮੁੱਖ ਮੰਤਰੀ ਦਾ ਸਵਾਗਤ ਲਾਲ ਗੁਲਾਬ ਨਾਲ ਨਹੀਂ ਸਗੋਂ ਇਹਨਾਂ ਲਾਲ ਝੰਡਿਆਂ ਦੇ ਨਾਲ ਹੋਇਆ। ਸਰਕਾਰ ਦੀ ਵਾਅਦਾ ਖਿਲਾਫੀ ਤੋਂ ਗੁੱਸਾਏ ਟੀਚਰਸ ਅਤੇ ਪੈਨਸ਼ਨਰਸ ਯੂਨੀਅਨ ਨੇ ਕੈਪਟਨ ਸਰਕਾਰ ਦੇ ਖਿਲਾਫ ਜ਼ਬਰਦਸਤ ਨਾਅਰੇਬਾਜ਼ੀ ਕੀਤੀ। ਕੈਪਟਨ ਸਾਹਿਬ ਦੇ ਰੋਡ ਸ਼ੋਅ ਤੋਂ ਪਹਿਲਾਂ ਹੀ ਮੁਜ਼ਾਹਰਾਕਾਰੀ ਪਹੁੰਚੇ ਅਤੇ ਲਾਲ ਝੰਡੇ ਦਿਖਾ ਕੇ ਆਪਣੇ ਗੁੱਸੇ ਦਾ ਇਜ਼ਹਾਰ ਕੀਤਾ। ਮੁੱਖ ਮੰਤਰੀ ਅਤੇ ਉਹਨਾਂ ਦੇ ਨੁਮਾਇੰਦਿਆਂ ਨੂੰ ਚੋਣ ਪ੍ਰਚਾਰ ਦੌਰਾਨ ਲੋਕਾਂ ਦੇ ਅਜਿਹੇ ਹੀ ਗੁੱਸੇ ਦਾ ਸ਼ਿਕਾਰ ਹੋਣਾ ਪੈ ਰਿਹਾ। ਸਰਕਾਰ ਖਿਲਾਫ ਮੁਲਾਜ਼ਮਾਂ ਅਤੇ ਬੇਰੁਜ਼ਗਾਰਾਂ ਵੱਲੋਂ ਬੁਲੰਦ ਕੀਤੀ ਜਾ ਰਹੀ ਆਵਾਜ਼ ਚੋਣਾਂ 'ਚ ਕਾਂਗਰਸੀ ਉਮੀਦਵਾਰਾਂ ਦੀ ਮੁਸ਼ਕਿਲ ਵਧਾ ਸਕਦੀ ਹੈ। ਅਜਿਹੀਆਂ ਤਸਵੀਰਾਂ ਦਾਖਾ ਹਲਕੇ ਤੋਂ ਵੀ ਸਾਹਮਣੇ ਆਈਆਂ ਨੇ, ਜੋ ਕਿ ਇਸ ਵੇਲੇ ਮੁਜ਼ਾਹਰਿਆਂ ਦੀ ਰਾਜਧਾਨੀ ਬਣਿਆ ਹੋਇਆ ਹੈ। ਸੁਤੰਤਰਤਾ ਸੈਨਾਨੀਆਂ ਦੇ ਪਰਿਵਾਰਾਂ ਅਤੇ ਆਂਗਣਵਾੜੀ ਵਰਕਰਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਹੱਲਾ ਬੋਲਿਆ ਗਿਆ। ਮੁਜ਼ਾਹਰਾਕਾਰੀਆਂ ਨੇ ਆਪਣੀ ਹੱਡ ਬੀਤੀ ਸੁਣਾਉਂਦੇ ਕਿਹਾ ਕਿ ਮੁੱਖ ਮੰਤਰੀ ਨੇ ਉਹਨਾਂ ਦੀਆਂ ਮੰਗਾਂ ਇੱਕ ਦਿਨ 'ਚ ਪੂਰੀ ਕਰਨ ਦਾ ਵਾਅਦਾ ਕੀਤਾ ਸੀ, ਪਰ 2.5 ਸਾਲ ਬੀਤ ਗਏ, ਇੱਕ ਵੀ ਮੰਗ ਪ੍ਰਵਾਨ ਨਹੀਂ ਹੋਈ। ਦਾਖਾ ਪਹੁੰਚੀਆਂ ਆਂਗਣਵਾੜੀ ਵਰਕਰਾਂ ਨੇ ਤਾਂ ਲੋਕਾਂ ਨੂੰ ਕਾਂਗਰਸ ਦੇ ਖਿਲਾਫ ਵੋਟ ਕਰਨ ਦੀ ਅਪੀਲ ਕੀਤੀ। ਅਸੀਂ ਲੋਕਾਂ ਨੂੰ ਇਹ ਅਪੀਲ ਕਰ ਰਹੇ ਹਾਂ, ਥਾਂ-ਥਾਂ ਤੇ ਜਿੱਥੇ ਵੀ ਜਿਮਨੀ ਚੋਣ ਹੋ ਰਹੀ ਹੈ ਜਾ ਰਹੀ ਹੈ, ਕਿ ਕਾਂਗਰਸ ਦੀ ਸਰਕਾਰ ਨੂੰ ਬਿਲਕੁਲ ਵੋਟ ਨਾ ਦਿਓ।
ਇਹ 77 ਸੀਟਾਂ ਲੈ ਕੇ ਇਹਨਾਂ ਦਾ ਦਿਮਾਗ ਬੜਾ ਖਰਾਬ ਹੋਇਆ ਹੈ ਤੇ ਜੇ ਫਿਰ ਜਿੱਤਣਗੇ ਤਾਂ ਇਹਨਾਂ ਨੇ ਲੋਕਾਂ ਦੀ ਬਿਲਕੁਲ ਕੋਈ ਸੁਣਵਾਈ ਨਹੀਂ ਕਰਨੀ ਤੇ ਆਂਗਣਵਾੜੀ ਵਰਕਰਾਂ ਨੂੰ ਅਸੀਂ ਖਾਸ ਤੌਰ ਤੇ ਸੱਦਾ ਦੇ ਰਹੀ ਹਾਂ ਕਿ ਜਿੱਥੋਂ ਤੱਕ ਹੋ ਸਕੇ ਇਹਨਾਂ ਦਾ ਵਿਰੋਧ ਕਰਨਾ ਹੈ ਤੇ ਲੋਕਾਂ ਨੂੰ ਇਹਨਾਂ ਦੇ ਖਿਲਾਫ ਭੁਗਤਾਉਣਾ ਹੈ। ਸਾਡੀ ਇੱਥੋਂ ਦੇ ਲੋਕਾਂ ਨੂੰ ਇਹੀ ਅਪੀਲ ਆ ਵੀ ਜੋ ਇੱਥੇ ਮੁੱਲਾਂਪੁਰ ਦਾਖਾਂ ਦੇ ਵਿੱਚ ਜਿਮਨੀ ਚੋਣ ਹੋਣ ਜਾ ਰਹੀ ਹੈ ਉਹਦੇ ਵਿੱਚ ਕਾਂਗਰਸ ਦੀ ਸਰਕਾਰ ਦਾ ਵੱਧ ਚੜ ਕੇ ਜਿਹੜਾ ਬਾਈਕਾਟ ਕਰੋ, ਇਹਨਾਂ ਨੂੰ ਵੋਟ ਨਾ ਦਿੱਤੀ ਜਾਵੇ ਕਿਉਂਕਿ ਲੋਕਾਂ ਦੇ ਹਿਤੈਸ਼ੀ ਸਰਕਾਰ ਨਹੀਂ, ਲੋਕਾਂ ਦੀ ਦੋਖੀ ਸਰਕਾਰ। ਪੰਜਾਬ ਸਰਕਾਰ ਦੀ ਵਾਅਦਾ ਖਿਲਾਫੀ ਤੇ ਜਥੇ ਵਿਰੋਧੀ ਸਰਕਾਰ ਨੂੰ ਘੇਰ ਰਹੇ ਨੇ, ਉੱਥੇ ਹੀ ਵੱਖ-ਵੱਖ ਜਥੇਬੰਦੀਆਂ ਵੀ ਆਪਣੇ ਹੱਕਾਂ ਲਈ ਸੜਕਾਂ ਤੇ ਨੇ। ਤਕਰੀਬਨ ਸਾਰੇ ਵਿਧਾਨ ਸਭਾ ਹਲਕਿਆਂ 'ਚ ਸਰਕਾਰ ਲਈ ਹਾਲਾਤ ਮੁਸ਼ਕਲ ਵਾਲੇ ਬਣੇ ਹੋਏ ਨੇ। ਬੀਤੇ ਦਿਨੀ ਮੁੱਖ ਮੰਤਰੀ ਵੱਲੋਂ ਰਾਖਾ 'ਚ ਕੱਢਿਆ ਗਿਆ ਰੋਡ ਸ਼ੋਅ ਫਲॉप ਸ਼ੋਅ ਸਾਬਤ ਹੋਇਆ ਤੇ ਹੁਣ ਮੁਜ਼ਾਹਰਾਕਾਰੀ ਆਮ ਲੋਕਾਂ ਨੂੰ ਕਾਂਗਰਸੀ ਉਮੀਦਵਾਰਾਂ ਦੇ ਖਿਲਾਫ ਵੋਟ ਕਰਨ ਲਈ ਕਹਿ ਰਹੇ ਨੇ, ਜਿਸ ਨਾਲ ਕਾਂਗਰਸੀ ਉਮੀਦਵਾਰਾਂ ਦੀਆਂ ਮੁਸ਼ਕਲਾਂ ਵਧਣੀਆਂ ਤੈਅ ਨੇ। ਬਿਊਰੋ ਰਿਪੋਰਟ PTC ਨਿਊਜ਼। ਖਬਰ ਖਾਸ ਅੱਜ ਲਈ ਨਾ ਹੀ ਇਜਾਜ਼ਤ ਦਿਓ। ਧੰਨਵਾਦ।